ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਹੁਣ ਸ਼੍ਰੀ ਸੁਖਮਨੀ ਸਾਹਿਬ ਦੇ 7ਵੇਂ ਸ਼ਲੋਕ ਤੋਂ ਵਿਆਖਿਆ ਦੀ ਆਰੰਭਤਾ ਕਰੀਏ। ਮਹਾਰਾਜ ਬਚਨ ਕਰਦੇ ਹਨ। ਸ਼ਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ। ਉਹ ਜਿਹੜਾ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨੇ, ਉਹ ਅਗਮ ਹੈ। ਉਹ ਮਨ ਤੇ ਬੁੱਧੀ ਦੀ ਗਮਤਾ ਤੋਂ ਪਰੇ ਹੈ। ਮਤਲਬ ਉਹ ਸਾਡੀ ਜਿਹੜੀ ਮੱਤ ਹੈ ਨਾ, ਇਸ ਮੱਤ ਦੀ ਸਮਝ ਤੋਂ ਬਾਹਰ ਹੈ, ਜਿਸ ਦੇ ਕੌਤਕਾਂ ਨੂੰ ਅਸੀਂ ਮੱਤ ਕਰਕੇ ਨਹੀਂ ਸਮਝ ਸਕਦੇ। ਜਿੱਥੇ ਮਨ ਤੇ ਬੁੱਧ ਦੀ ਪਹੁੰਚ ਨਹੀਂ ਹੈਗੀ, ਉਹ ਐਸਾ ਸਰੂਪ ਹੈ ਵਾਹਿਗੁਰੂ ਦਾ। ਅਗਾਧ ਕਹਿੰਦੇ ਨੇ ਡੂੰਘਾ ਹੈ, ਬੇਅੰਤ ਹੈ ਉਹ ਵਾਹਿਗੁਰੂ। ਜੋ ਜੋ ਕਹੈ ਸੋ ਮੁਕਤਾ ਹੋਏ। ਜੋ ਜੋ ਵੀ ਉਸ ਪਰਮਾਤਮਾ ਦੇ ਜਸ ਨੂੰ ਕਹਿੰਦਾ ਹੈ ਆਪਣੇ ਮੁਖ ਦੇ ਰਾਹੀਂ, ਉਹ ਮੁਕਤ ਹੋ ਜਾਂਦਾ। ਉਸ ਨੂੰ ਫਿਰ ਕੋਈ ਬੰਧਨ ਨਹੀਂ ਰਹਿ ਜਾਂਦਾ। ਕਰਤਾ ਭੋਗਤਾ ਦਾ, ਹੰਗਤਾ ਮਮਤਾ ਦਾ, ਮੋਹ ਮਮਤਾ ਦੇ ਬੰਧਨ ਸਾਰੇ ਉਹਦੇ ਟੁੱਟ ਜਾਂਦੇ, ਮੁਕਤ ਹੋ ਜਾਂਦਾ ਉਹ ਬੰਧਨਾਂ ਚੋਂ। ਸੁਨ ਮੀਤਾ ਨਾਨਕ ਬਿਨਵੰਤਾ। ਹੁਣ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਨ, ਹੇ ਮਿੱਤਰਾ ਸੁਣ, ਅਸੀਂ ਤੈਨੂੰ ਬੇਨਤੀ ਪੂਰਵਕ ਕਹਿੰਦੇ ਆ। ਬਿਨਵੰਤਾ ਦਾ ਮਤਲਬ ਇਹ ਸਾਡੀ ਬੇਨਤੀ ਹੈ, ਤੈਨੂੰ ਅਰਜ਼ੋਈ ਹੈ। ਅਸੀਂ ਤੈਨੂੰ ਇਹ ਬਚਨ ਕਹਿੰਦੇ ਆ, ਹੇ ਮਿੱਤਰਾ ਸੁਣ ਸਾਡੇ ਬਚਨ। ਸਾਧ ਜਨਾਂ ਕੀ ਅਚਰਜ ਕਥਾ। ਜਿਹੜੇ ਸਾਧੂ ਨੇ ਨਾ ਪਰਮਾਤਮਾ ਦੇ ਪਿਆਰੇ, ਉਹਨਾਂ ਦੀ ਕਥਾ ਬੜੀ ਅਚਰਜ ਹੁੰਦੀ ਹੈ, ਬਿਸਮਾਦ ਕਰ ਦੇਣ ਵਾਲੀ ਹੁੰਦੀ ਹੈ। ਤਾਂ ਹੀ ਤਾਂ ਜਿਹੜੇ ਨਾਸਤਕ ਪੁਰਸ਼ ਨੇ, ਉਹ ਜਦੋਂ ਉਹਨਾਂ ਨੂੰ ਆਪਾਂ ਕਿਸੇ ਮਹਾਤਮਾ ਦੀ ਗੱਲ ਸੁਣਾਉਂਦੇ ਆ ਨਾ, ਰੱਬ ਦੇ ਪਿਆਰੇ ਦੀ, ਉਹ ਸੁਣ ਕੇ ਨਾ ਜੀ ਨੱਕ ਜਾ ਮਰੋੜ ਲੈਂਦੇ। ਉਹ ਕਹਿਣ ਲੱਗੇ, ਨਹੀਂ ਏਦਾਂ ਵੀ ਹੋ ਸਕਦਾ ਕਿਤੇ, ਇਹ ਤਾਂ ਮਨ ਘੜਤ ਗੱਲਾਂ ਨੇ, ਤਾਂ ਗੱਪ ਕਹਾਣੀਆਂ ਨੇ। ਇਸ ਕਰਕੇ ਤਾਂ ਉਹਨਾਂ ਦੇ ਇਹ ਮੰਨਣ ਚ ਨਹੀਂ ਆਉਂਦੀ, ਕਿਉਂਕਿ ਉਹਨਾਂ ਦੇ ਕੌਤਕ ਹੀ ਇਹੋ ਜਿਹੇ ਹੁੰਦੇ ਜਿਹੜੇ ਵਾਕਈ ਮੰਨਣ ਚ ਤੋਂ ਬੜੇ ਔਖੇ ਹੈ। ਬੜੀ ਅਚਰਜ ਉਹਨਾਂ ਦੀ ਕਥਾ ਹੁੰਦੀ ਹੈ। ਇਹ ਜਿਹੜੇ ਸੰਤ ਬਾਬਾ ਅਤਰ ਸਿੰਘ ਜੀ ਸਨ ਨਾ, ਮਸਤੂਆਣਾ ਸਾਹਿਬ ਵਾਲੇ, ਇਹਨਾਂ ਜਦੋਂ ਛੋਟੇ ਹੁੰਦੇ ਸੀ ਨਾ, ਬਚਪਨ ਦੇ ਵਿੱਚ, ਇਹਨਾਂ ਨੇ ਕੀ ਕਰਨਾ, ਆਪਣੇ ਜਦੋਂ ਮਈਆਂ ਗਾਵਾਂ, ਇਹਨਾਂ ਨੇ ਆਪਣੇ ਡੰਗਰ ਲੈ ਕੇ ਜਾਣੇ ਨਾ ਚਰਾਉਣ ਵਾਸਤੇ ਘਾਹ, ਤੇ ਇਹਨਾਂ ਨੇ ਆਪਣੇ ਘਰ ਦੇ ਵਿੱਚੋਂ ਨਾ ਇੱਕ ਗੁੜ ਦੀ ਭੇਲੀ ਲੈ ਲੈਣੀ ਆਪਣੀ ਬੁੱਕਲ ਦੇ ਵਿੱਚ। ਤੇ ਜਿੱਥੇ ਇਹ ਮੱਝਾਂ ਗਾਵਾਂ ਨੂੰ ਚਰਾਉਣ ਜਾਂਦੇ ਹੁੰਦੇ ਸੀ, ਤੇ ਉੱਥੇ ਹੋਰ ਵੀ ਬਹੁਤ ਸਾਰੇ ਬੱਚੇ ਆਉਂਦੇ ਹੁੰਦੇ ਸੀ ਮੱਝਾਂ ਗਾਵਾਂ ਨੂੰ ਲੈ ਕੇ। ਇਹਨਾਂ ਨੇ ਕੀ ਕਰਨਾ, ਉੱਥੇ ਸਾਰਿਆਂ ਨੂੰ ਆਪਣੇ ਕੋਲ ਬਿਠਾ ਲੈਣਾ। ਮੱਝਾਂ ਗਾਵਾਂ ਚਰਦੀਆਂ ਰਹਿੰਦੀਆਂ, ਤੇ ਇਹਨਾਂ ਨੇ ਉਹਨਾਂ ਨੂੰ ਕੋਲ ਬਿਠਾ ਕੇ ਨਾ ਮਹਾਰਾਜ ਦੇ ਨਾਮ ਨੂੰ ਜਪਾਉਣਾ, ਸਾਰਿਆਂ ਤੋਂ ਸਿਮਰਨ ਕਰਾਉਣਾ। ਤੇ ਜਦੋਂ ਆਪ ਸਿਮਰਨ ਕਰਨਾ, ਸਾਰਿਆਂ ਨੂੰ ਸਿਮਰਨ ਕਰਾਉਣਾ। ਤੇ ਜਦੋਂ ਫਿਰ ਸਮਾਪਤੀ ਹੁੰਦੀ ਸੀ, ਇਹਨਾਂ ਨੇ ਫਿਰ ਉਸ ਗੁੜ ਦੀ ਭੇਲੀ ਨੂੰ ਤੋੜ ਕੇ ਨਾ ਥੋੜਾ ਥੋੜਾ ਗੁੜ ਪ੍ਰਸ਼ਾਦ ਦੇ ਰੂਪ ਦੇ ਵਿੱਚ ਸਾਰਿਆਂ ਨੂੰ ਵੰਡਣਾ। ਤੇ ਸਾਰੇ ਬੜੇ ਚਾਅ ਨਾਲ ਖਾਂਦੇ, ਤੇ ਹਰ ਰੋਜ਼ ਬੜੇ ਚਾਅ ਨਾਲ ਸਿਮਰਨ ਕਰਦੇ, ਕਿਉਂਕਿ ਬੱਚਿਆਂ ਨੂੰ ਲਾਲਚ ਹੁੰਦਾ ਸੀ ਗੁੜ ਦਾ। ਹੁਣ ਇਧਰੋਂ ਜਿਹੜੇ ਸੰਤ ਬਾਬਾ ਅਤਰ ਸਿੰਘ ਜੀ ਦੇ ਮਾਤਾ ਜੀ ਸਨ, ਇਹ ਹੁਣ ਜਦੋਂ ਗੁੜ ਵਰਤਦੇ ਨਾ, ਹਰ ਰੋਜ਼ ਬੜੇ ਹੈਰਾਨ ਹੁੰਦੇ। ਕਹਿਣ ਲੱਗੇ ਵੀ ਗੁੜ ਵਰਤੀ ਦਾ ਤਾਂ ਘੱਟ ਹੈ, ਪਰ ਲੱਗਦਾ ਬਹੁਤ ਹੈ, ਵੀ ਪਤਾ ਨਹੀਂ ਕਿੱਧਰ ਜਾਂਦਾ ਇੰਨਾ ਗੁੜ। ਇਹਨਾਂ ਨੇ ਇੱਕ ਦਿਨ ਸੋਚਿਆ ਵੀ ਮੈਂ ਦੇਖੂੰਗੀ ਵੀ ਜਾਂਦਾ ਕਿੱਧਰ ਹੈ ਗੁੜ। ਇਹਨਾਂ ਨੇ ਉਸ ਵਕਤ ਘਾਤ ਲਾ ਕੇ ਬੈਠੇ ਹੋਏ ਸਨ। ਤੇ ਜਦੋਂ ਬਾਬਾ ਅਤਰ ਸਿੰਘ ਜੀ ਆਏ ਨਾ, ਹੌਲੀ ਜੀ ਇਹਨਾਂ ਨੇ ਜਦੋਂ ਉਹ ਗੁੜ ਦੀ ਭੇਲੀ ਆਪਣੀ ਬੁੱਕਲ 'ਚ ਮਾਰੀ ਨਾ, ਤੇ ਮਾਰ ਕੇ ਜਦੋਂ ਬਾਹਰ, ਵਿਹੜਾ ਬੜਾ ਖੁੱਲਾ ਸੀਗਾ ਘਰ ਦਾ, ਤੇ ਜਦੋਂ ਬਾਹਰ ਇਹ ਦਰਵਾਜ਼ੇ ਤੱਕ ਪਹੁੰਚੇ ਨਾ ਜੀ, ਤੇ ਉਸ ਵਕਤ ਵਿਹੜੇ ਦੇ ਵਿੱਚ ਤੇ ਮਾਤਾ ਨੇ ਆਵਾਜ਼ ਮਾਰਤੀ, ਕਹਿੰਦੀ ਠਹਿਰ ਜਾ ਤਰਸਿਆ, ਇੱਥੇ ਹੀ ਖੜ। ਤੇ ਖੜ ਗਏ ਉੱਥੇ। ਤੇ ਉਸ ਵਕਤ ਕਿਹਾ, ਦਿਖਾ ਤੇਰੀ ਬੁੱਕਲ 'ਚ ਕੀ ਹੈ। ਤੇ ਇਹਨਾਂ ਨੇ ਜਦੋਂ ਬੁੱਕਲ ਖੋਲ ਕੇ ਦਿਖਾਈ, ਤੇ ਗੁੜ ਦੀ ਭੇਲੀ ਨਿਕਲੀ। ਮਾਤਾ ਜੀ ਕਹਿਣ ਲੱਗੇ, ਕਹਿੰਦੇ ਤਾਂ ਹੀ ਮੈਂ ਕਹਿੰਦੀ ਸੀ ਵੀ ਗੁੜ ਥੋੜਾ ਵਰਤੀ ਦਾ, ਲੱਗਦਾ ਬੜਾ ਹੈ। ਇੰਨੇ ਬਚਨ ਕਹਿ ਕੇ ਗੁੜ ਦੀ ਭੇਲੀ ਲੈ ਕੇ ਨਾ ਇਹਨਾਂ ਤੋਂ ਚਲੇ ਗਏ ਮਾਤਾ ਜੀ। ਹੈ ਵੀ ਸਵੇਰ ਦਾ ਅੰਮ੍ਰਿਤ ਵੇਲੇ ਦਾ ਸਮਾਂ ਸੀ ਇਹ। ਤੇ ਮਾਤਾ ਜੀ ਕਿਤੇ ਆਪਣੇ ਘਰ ਦੇ ਕੰਮਾਂ ਕਾਰਾਂ 'ਚ ਬਹੁਤਾ ਉਲਝ ਗਏ, ਤੇ ਉਹਨਾਂ ਨੂੰ ਧਿਆਨ ਨਾ ਰਿਹਾ। ਇਹਨਾਂ ਦੀ ਇੱਕ ਗਵਾਂਢਣ ਸੀ, ਉਹਨਾਂ ਕਿਤੇ ਸਵੇਰੇ ਉਹ ਜਾਰੀ, ਸਵੇਰੇ ਸਵੇਰੇ ਕਿਤੇ ਬਾਹਰ ਨੂੰ ਜਾਰੀ, ਉਹਨੇ ਦੇਖਿਆ ਵੀ ਅਤਰ ਸਿੰਘ ਵਿਹੜੇ 'ਚ ਖੜਿਆ ਹੋਇਆ। ਚਲੋ ਜੀ, ਉਹ ਦੇਖ ਕੇ ਲੰਘ ਗਈ। ਤੇ ਜਦੋਂ ਉਹਨੂੰ ਦੁਪਹਿਰ ਹੋ ਗਈ ਨਾ, ਵਾਪਸ ਮੁੜਦਿਆਂ ਨੂੰ, ਜਦੋਂ ਉਹਨੇ ਵਾਪਸ ਆ ਕੇ ਦੇਖਿਆ, ਕੀ ਦੇਖਦੀ ਆ, ਹੈਰਾਨ ਹੋ ਗਈ ਕਿ ਸੰਤ ਬਾਬਾ ਅਤਰ ਸਿੰਘ ਜੀ ਉੱਥੇ ਹੀ ਵਿਹੜੇ 'ਚ ਖੜੇ। ਧੁੱਪ ਪੈ ਰਹੀ ਹੈ, ਪਰ ਆਪ ਉੱਥੇ ਵਿਹੜੇ 'ਚ ਖੜੇ ਆ ਉਦਾਂ ਹੀ।
ਤੇ ਜਦੋਂ ਇਹ ਗਵਾਂਢਣ ਆਈ ਤੇ ਇਹਨਾਂ ਨੇ ਬਾਬਾ ਅਤਰ ਸਿੰਘ ਜੀ ਦੀ ਮਾਤਾ ਨੂੰ ਜਾ ਕੇ ਗੱਲ ਕੀਤੀ ਨਾ, ਕਹਿਣ ਲੱਗੀ ਵੀ ਭੈਣੇ ਗੱਲ ਕੀ ਹੈ, ਵੀ ਤੇਰਾ ਪੁੱਤ ਹੈ ਜਿਹੜਾ, ਇਹ ਸਵੇਰ ਤੋਂ ਮੈਂ ਗਈ ਸੀ, ਸਵੇਰੇ ਦੇਖਿਆ ਸੀ ਇੱਥੇ ਖੜਿਆ ਹੋਇਆ, ਤੇ ਹੁਣ ਵੀ ਇੱਥੇ ਹੀ ਖੜਿਆ, ਸਵੇਰ ਦਾ ਹੀ ਖੜਿਆ ਹੋਇਆ। ਓਹੋ, ਜਦੋਂ ਮਾਤਾ ਨੂੰ ਚੇਤੇ ਆਇਆ ਨਾ ਵੀ ਮੈਂ ਕਿਹਾ ਸੀ ਉਹਨੂੰ ਖੜਨ ਵਾਸਤੇ, ਤੇ ਭੱਜੀ ਆਈ ਮਾਂ ਦੀ ਮਮਤਾ ਅੱਖਾਂ ਚੋਂ ਉਸ ਵਕਤ ਜਲ ਝਲਕੇ, ਭੱਜ ਕੇ ਆ ਕੇ ਨਾ ਆਪਣੇ ਪੁੱਤਰ ਨੂੰ ਗਲਵੱਕੜੀ 'ਚ ਲੈ ਕੇ ਆਖਦੀ ਆ ਮਾਂ, ਕਹਿੰਦੀ ਪੁੱਤ ਤੂੰ ਇੱਥੇ ਹੀ ਖੜਾ ਉਦੋਂ ਦਾ। ਤੇ ਸੰਤ ਬਾਬਾ ਅਤਰ ਸਿੰਘ ਜੀ ਨੇ ਆਖਿਆ, ਕਹਿਣ ਲੱਗੇ ਮਾਤਾ ਜੀ ਆਪ ਜੀ ਦਾ ਹੁਕਮ ਸੀਗਾ। ਹੁਣ ਇਹ ਮਹਾਤਮਾ ਸੰਤਾਂ ਦੀਆਂ ਅਚਰਜ ਕੌਤਕ ਸਨ ਇਹ ਕਥਾ ਕਹਾਣੀਆਂ। ਹੁਣ ਆਮ ਬੰਦੇ ਨੂੰ ਇਹ ਸੁਣਨ ਦੇ ਵਿੱਚ ਹੈਰਾਨ ਕਰਨ ਵਾਲੀ ਲੱਗਦੀ ਗੱਲ, ਵੀ ਐਂ ਕਿਵੇਂ ਖੜ ਗਏ, ਵੀ ਇਦਾਂ ਤਾਂ ਹੋ ਹੀ ਨਹੀਂ ਸਕਦਾ। ਸਾਰੀ ਦਿਹਾੜੀ ਦੇਖ ਲਓ ਉੱਥੇ ਇੱਕ ਬਚਨ ਦੇ ਨਾਲ ਖੜੇ ਰਹੇ, ਚਾਹੁੰਦੇ ਤਾਂ ਚਲੇ ਜਾਂਦੇ, ਪਰ ਇੰਨੇ ਮਾਤਾ ਪਿਤਾ ਦੇ ਵੀ ਆਗਿਆਕਾਰੀ, ਭਜਨ ਵੀ ਕਰਦੇ ਹੁੰਦੇ। ਤੇ ਇਹਨਾਂ ਦਾ ਸੁਭਾਅ ਸੀ, ਜਦੋਂ ਇਹ ਬੰਦਗੀ ਕਰਦੇ ਹੁੰਦੇ ਸੀ ਨਾ, ਸਿਮਰਨ ਕਰਦੇ ਹੁੰਦੇ ਸੀ, ਦੱਸਦੇ ਹਨ, ਕਹਿਣ ਲੱਗੇ ਇਹਨਾਂ ਦੇ ਪੈਰਾਂ ਨੂੰ ਸੱਪ ਲਿਪਟ ਜਾਂਦੇ ਹੁੰਦੇ ਸੀ, ਸਰੀਰ ਨੂੰ ਜਿਵੇਂ ਚੰਦਨ ਨੂੰ ਲਿਪਟ ਜਾਂਦੇ ਹੁੰਦੇ ਨਾ ਸੱਪ, ਇਦਾਂ ਸਰੀਰ ਨੂੰ ਸੱਪ ਲਿਪਟ ਜਾਂਦੇ ਹੁੰਦੇ ਸੀ। ਜਿਵੇਂ ਚੰਦਨ ਨੂੰ ਲਿਪਟ ਕੇ ਸੱਪਾਂ ਨੂੰ ਠੰਡਕ ਮਿਲਦੀ ਹੈ ਨਾ, ਇਦਾਂ ਹੀ ਇਹਨਾਂ ਦੇ ਤਨ ਦੇ ਉੱਤੇ ਜਦੋਂ ਲਿਪਟਦੇ ਸੀ, ਚੰਦਨ ਤੋਂ ਵੀ ਜ਼ਿਆਦਾ ਠੰਡ ਮਿਲਦੀ ਹੁੰਦੀ ਸੀ ਸੱਪਾਂ ਨੂੰ। ਇੰਨਾ ਹਿਰਦਾ ਸ਼ੀਤਲ ਸੀ ਸੰਤ ਬਾਬਾ ਅਤਰ ਸਿੰਘ ਜੀ ਦਾ। ਤੇ ਫਿਰ ਜਦੋਂ ਕੀਰਤਨ ਕਰਦੇ ਹੁੰਦੇ ਸੀ ਨਾ, ਤੇ ਬਿਨਾਂ ਸਪੀਕਰਾਂ ਤੋਂ, ਬਿਨਾਂ ਹਾਰਨਾਂ ਤੋਂ 5-5 ਕਿਲੋਮੀਟਰ ਤੱਕ ਸੰਤਾਂ ਦੀ ਆਵਾਜ਼ ਸੁਣਿਆ ਕਰਦੀ ਸੀ। ਕੋਈ ਨਹੀਂ ਮੰਨ ਸਕਦਾ ਇਸ ਗੱਲ ਨੂੰ, ਕਿਉਂਕਿ ਇਹ ਤਾਂ ਮੈਨੂੰ ਗੱਲ ਉਹਨਾਂ ਨੇ ਵੀ ਦੱਸੀ ਹੈ, ਜਿਹੜੇ ਮਿਸ਼ਨਰੀ ਨੇ ਨਾ, ਜਿਹੜੇ ਸੰਤਾਂ ਦਾ ਵਿਰੋਧ ਕਰਦੇ ਆ ਵੀ ਇਦਾਂ ਹੁੰਦੇ ਆ ਜੀ। ਉਹ ਮਿਸ਼ਨਰੀਆਂ ਦੇ ਵਿੱਚੋਂ ਇੱਕ ਸਿੰਘ ਹੈ, ਉਹਨੇ ਜੀਵਨੀ ਪੜ੍ਹੀ ਸੀ ਇਹਨਾਂ ਦੀ, ਤੇ ਉਹਨੇ ਪੁਰਾਣੇ ਬਜ਼ੁਰਗਾਂ ਤੋਂ ਵੀ ਆਪਣੇ ਸੁਣਿਆ। ਕਹਿਣ ਲੱਗਾ ਵੀ ਉਹਨੇ ਮੈਨੂੰ ਇੱਕ ਗੱਲ ਦੱਸੀ, ਮੈਂ ਵੀ ਦੇਖ ਲਓ ਨਾਲੇ ਮਿਸ਼ਨਰੀ ਤੋਂ ਪੜ੍ਹਿਆ ਸੀ, ਉਹ ਫਿਰ ਵੀ ਚਲੋ ਹੋ ਜਾਂਦਾ ਨਾ ਇਦਾਂ, ਪਰ ਉਹਨੇ ਵੀ ਦੱਸਿਆ, ਕਹਿਣ ਲੱਗਾ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ, ਕਹਿਣ ਲੱਗੇ ਵੀ ਬਿਨਾਂ ਸਪੀਕਰ ਤੋਂ 5-5 ਕਿਲੋਮੀਟਰ ਤੱਕ ਉਹਨਾਂ ਦੀ ਆਵਾਜ਼ ਇਦਾਂ ਹੀ ਪਹੁੰਚਦੀ ਹੁੰਦੀ ਸੀ। ਤਾਂ ਹੀ ਤਾਂ ਗੁਰਮੁਖੋ ਸੰਤਾਂ ਦੀ ਹੁਣ ਇਹੀ ਗੱਲ ਦੇਖ ਲਓ ਤੁਸੀਂ, ਇਹ ਮੰਨਣ ਵਾਲੀ ਹੈਗੀ ਹੈ, ਹੈਰਾਨ ਕਰਨ ਵਾਲੀ ਗੱਲ ਹੈ ਨਾ। ਤੇ ਅਸੀਂ ਜਦੋਂ ਬੋਲਦੇ ਹਾਂ, ਸਾਡੀ ਉੱਚੀ ਜਿੰਨਾ ਮਰਜ਼ੀ ਬੋਲੀ, ਕਿੰਨੇ ਕੁ ਚਿਰ, ਕੋਈ 500 ਮੀਟਰ ਤੱਕ ਮਸਾਂ, ਕੋਈ ਅੱਧਾ ਕਿਲੋਮੀਟਰ ਤੱਕ ਵੀ ਸਾਡੀ ਆਵਾਜ਼ ਨਹੀਂ ਪਹੁੰਚਦੀ, ਪਰ ਸੰਤਾਂ ਦੀ 5-5 ਕਿਲੋਮੀਟਰ ਤੱਕ ਆਵਾਜ਼ ਪਹੁੰਚਦੀ ਹੁੰਦੀ। ਇਸੇ ਕਰਕੇ ਮਹਾਰਾਜ ਕਹਿੰਦੇ, ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾਂ ਕੀ ਅਚਰਜ ਕਥਾ। ਜਿਹੜੇ ਸੰਤ ਜਨ ਮਹਾਤਮਾ ਜਨ ਹਨ, ਉਹਨਾਂ ਦੀ ਅਚਰਜ ਕਥਾ ਹੈ, ਇਸ ਨੂੰ ਸੁਣ, ਹੈਰਾਨ ਕਰ ਦੇਣ ਵਾਲੀ ਹੈ, ਮੰਨਣ ਚ ਨਹੀਂ ਆਉਂਦੀ ਹੈ। ਇਸ ਤਰ੍ਹਾਂ ਸ਼ਲੋਕ ਕਹਿ ਕੇ ਸਤਿਗੁਰੂ ਅੱਗੇ ਹੁਣ ਸਾਧੂਆਂ ਦੇ ਗੁਣ ਦੱਸਦੇ ਆ, ਉਹਨਾਂ ਦੀ ਸੰਗਤ ਦਾ ਲਾਭ ਦੱਸਦੇ ਆ। ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ। ਮਹਾਰਾਜ ਬਚਨ ਕਰਦੇ ਹਨ, ਜਿਹੜੇ ਸਾਧੂ ਹੁੰਦੇ ਨਾ, ਜਿਨ੍ਹਾਂ ਨੇ ਮਨ ਨੂੰ ਸਾਧਿਆ ਹੋਇਆ, ਉਹਨਾਂ ਦੀ ਸੰਗਤ ਕਰਨ ਦੇ ਨਾਲ ਬੰਦੇ ਦਾ ਮੁਖ ਉਜਲ ਹੋ ਜਾਂਦਾ ਹੈ। ਸਾਧ ਸੰਗ ਮਲ ਸਗਲੀ ਖੋਤ। ਕਿਵੇਂ? ਕਿਉਂਕਿ ਸਾਧੂ ਦਾ ਸੰਗਤ ਕਰਨ ਦੇ ਨਾਲ, ਸਾਧੂ ਦਾ ਸੰਗ ਕਰਨ ਦੇ ਨਾਲ ਬੰਦੇ ਦੀ ਜਿਹੜੀ ਅੰਦਰ ਦੀ ਮੈਲ ਹੈ ਨਾ, ਉਹ ਸਾਰੀ ਨਾਸ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਮਨ ਦੇ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਵਿਕਾਰ, ਈਰਖਾ, ਤ੍ਰਿਸ਼ਨਾ ਆਦਿਕ ਜਿਹੜੀ ਮਨ ਨੂੰ ਪਾਪਾਂ ਦੀ ਮੈਲ ਲੱਗੀ ਹੋਈ ਹੈ ਨਾ, ਉਹਨਾਂ ਦੀ ਸੰਗਤ ਕਰਨ ਦੇ ਨਾਲ ਸਾਰੀ ਨਾਸ ਹੋ ਜਾਂਦੀ ਹੈ, ਮੁਖ ਉਜਲ ਹੋ ਜਾਂਦਾ, ਕੋਈ ਮੱਥੇ ਦੇ ਉੱਤੇ ਕਲੰਕ ਨਹੀਂ ਰਹਿ ਜਾਂਦਾ, ਕੋਈ ਦਾਗ ਨਹੀਂ ਰਹਿ ਜਾਂਦਾ। ਉਹਨਾਂ ਦੀ ਸੰਗਤ ਐਸੀ ਹੈ। ਇਸੇ ਕਰਕੇ ਤਾਂ ਕਬੀਰ ਜੀ ਕਹਿੰਦੇ, ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੇ ਨਿਰਵਾਹੋ। ਸਾਖਤ ਸੰਗ ਨਾ ਕੀਜੀਐ ਜਾਤੇ ਹੋਏ ਬਿਨਾ। ਸਾਧ ਕੈ ਸੰਗ ਮਿਟੈ ਅਭਿਮਾਨ। ਕਹਿੰਦੇ ਸਾਧੂਆਂ ਦੀ ਸੰਗਤ ਕਰਨ ਦੇ ਨਾਲ ਜਿਹੜਾ ਹਿਰਦੇ ਵਿੱਚ ਕਿਸੇ ਗੁਣਾਂ ਦਾ ਮਾਣ ਹੁੰਦਾ ਹੈ ਨਾ, ਉਹ ਵੀ ਮਿਟ ਜਾਂਦਾ। ਬੰਦੇ ਦੇ ਅੰਦਰ ਕਈ ਵਾਰ ਜੇ ਕੋਈ ਗੁਣ ਆ ਜਾਵੇ, ਉਹ ਮਾਣ ਆ ਜਾਂਦਾ ਨਾ, ਫਿਰ ਕਹਿੰਦੇ ਸਾਧ ਸੰਗਤ ਕਰਨ ਦੇ ਨਾਲ ਅੰਦਰੋਂ ਗੁਣਾਂ ਦਾ ਵੀ ਮਾਣ ਮਿਟ ਜਾਂਦਾ। ਫਿਰ ਤਾਂ ਉਹ ਕਹਿੰਦੇ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਇਹ ਕਿਰਪਾ ਹੋ ਜਾਂਦੀ ਹੈ। ਫਿਰ ਤਾਂ ਗੁਣ ਹੋਣ ਦੇ ਬਾਵਜੂਦ ਵੀ ਬੰਦੇ ਦੇ ਅੰਦਰ ਇੰਨੀ ਨਿਮਰਤਾ ਆ ਜਾਂਦੀ ਹੈ, ਮਹਾਰਾਜ ਮੈਂ ਤਾਂ ਮੂਰਖ ਹਾਂ, ਮੈਂ ਤਾਂ ਅਨਪੜ੍ਹ ਹਾਂ, ਮੈਂ ਤਾਂ ਜਤੀ ਵੀ ਹੈ ਨਹੀਂ, ਮੈਂ ਤਾਂ ਕੋਈ ਦਾਨ ਪੁੰਨ ਕਰਨ ਵਾਲਾ ਵੀ ਹੈ ਨਹੀਂਗਾ। ਇਹ ਕਿਰਪਾ ਹੋ ਜਾਂਦੀ ਹੈ ਉਹਨਾਂ ਦੀ ਸੰਗਤ ਕਰਨ ਦੇ ਨਾਲ। ਸਾਧ ਕੇ ਸੰਗ ਪ੍ਰਗਟੈ ਸੁਗਿਆਨ। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਹਿਰਦੇ ਵਿੱਚ ਸ੍ਰੇਸ਼ਟ ਗਿਆਨ ਪੈਦਾ ਹੋ ਜਾਂਦਾ।
ਸੁੰਦਰ ਗਿਆਨ ਪੈਦਾ ਹੋ ਜਾਂਦਾ ਹੈ। ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ। ਸਾਧੂ ਦੀ ਸੰਗਤ ਕਰਨ ਦੇ ਨਾਲ ਪ੍ਰਭੂ ਨੇੜੇ ਦਿਸਣ ਲੱਗ ਪੈਂਦਾ। ਜਦੋਂ ਬੰਦਾ ਸਾਧੂ ਦੀ ਸੰਗਤ ਕਰਦਾ ਨਾ ਰੱਬ ਦੇ ਪਿਆਰੇ ਦੀ, ਉਦੋਂ ਫਿਰ ਰੱਬ ਨੂੰ ਨੇੜੇ ਜਾਣ ਲੈਂਦਾ, ਬੁੱਝ ਲੈਂਦਾ ਵੀ ਪ੍ਰਮਾਤਮਾ ਨੇੜੇ ਤੋਂ ਨੇੜੇ ਹੈ, ਉਹ ਦੂਰ ਨਹੀਂ ਹੈਗਾ। ਉਹਨੂੰ ਫਿਰ ਨੇੜੇ ਦਿਸਣ ਲੱਗ ਪੈਂਦਾ। ਫਿਰ ਰੱਬ ਤੋਂ ਬੰਦਾ ਭੈ ਖਾਂਦਾ, ਰੱਬ ਤੋਂ ਡਰਨ ਲੱਗ ਪੈਂਦਾ। ਫਿਰ ਸਾਧ ਸੰਗ ਸਭ ਹੋਤ ਨਿਬੇਰਾ। ਤੇ ਸਾਧੂ ਦੀ ਸੰਗਤ ਕਰਨ ਦੇ ਨਾਲ ਬੰਦੇ ਦਾ ਸਾਰੇ ਮੰਦ ਕਰਮਾਂ ਵੱਲੋਂ ਨਿਬੇੜਾ ਹੋ ਜਾਂਦਾ। ਸਾਧੂ ਦੀ ਸੰਗਤ ਕਰਨ ਦੇ ਨਾਲ ਇਹਦਾ ਸਾਰਾ ਜਿਹੜਾ ਲੇਖਾ ਜੋਖਾ ਹੈ ਨਾ, ਉਹ ਨਿਬੜ ਜਾਂਦਾ ਹੈ। ਉਹ ਕਹਿੰਦੇ ਨਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਲੇਖੇ ਵੱਲੋਂ ਨਿਬੜ ਜਾਂਦਾ ਬੰਦਾ। ਫਿਰ ਇਹਦਾ ਕੋਈ ਲੇਖ ਹਿਸਾਬ ਕਿਤਾਬ ਨਹੀਂ, ਪਰਮਾਤਮਾ ਦੀ ਦਰਗਾਹ 'ਚ ਰਹਿ ਜਾਂਦਾ। ਫਿਰ ਅੱਗੇ ਮਹਾਰਾਜ ਕਹਿੰਦੇ ਹਨ, ਸਾਧ ਕੈ ਸੰਗ ਪਾਏ ਨਾਮ ਰਤਨ। ਸਾਧੂ ਦੀ ਸੰਗਤ ਕਰਨ ਦੇ ਨਾਲ ਹੀ ਬੰਦਾ ਨਾਮ ਰੂਪੀ ਅਨਮੋਲ ਰਤਨ ਨੂੰ ਪ੍ਰਾਪਤ ਕਰਦਾ। ਮਤਲਬ ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ, ਇਹ ਕਿਸੇ ਮੁੱਲ ਨਹੀਂ ਮਿਲਦਾ। ਇਹ ਅਨਮੋਲ ਰਤਨ ਦੀ ਨਿਆਈ ਹੈ। ਪਰ ਜਦੋਂ ਬੰਦਾ ਸਾਧੂ ਦੀ ਸੰਗਤ ਕਰਦਾ, ਉਦੋਂ ਨਾਮ ਰਤਨ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਦਾ ਸ਼ਬਦ ਹੈ, ਉਹ ਪ੍ਰਾਪਤ ਹੋ ਜਾਂਦਾ ਹੈ। ਸਾਧ ਕੈ ਸੰਗ ਏਕ ਉਪਰ ਯਤਨ। ਤੇ ਜਦੋਂ ਬੰਦਾ ਸਾਧੂ ਦੀ ਗੁਰਮੁਖਾਂ ਦੀ ਸੰਗਤ ਕਰਦਾ ਨਾ, ਤੇ ਬਸ ਫਿਰ ਇੱਕ ਦੀ ਪ੍ਰਾਪਤੀ ਉੱਪਰ ਯਤਨ ਕਰਦਾ ਸਾਰੀ ਜ਼ਿੰਦਗੀ। ਫਿਰ ਕਹਿੰਦਾ ਬਸ ਵੀ ਮੇਰਾ ਤਾਂ ਇੱਕੋ ਹੀ ਕੰਮ ਹੈ ਵੀ ਵਾਹਿਗੁਰੂ ਨੂੰ ਮਿਲਣਾ। ਬਸ ਇੱਕ ਪਰਮਾਤਮਾ ਨੂੰ ਮਿਲਣ ਦਾ ਹੀ ਫਿਰ ਯਤਨ ਕਰਦਾ। ਫਿਰ ਬੰਦਾ ਫਿਰ ਦੁਨਿਆਵੀ ਹੋਰ ਉਦਮ ਉਪਰਾਲਿਆਂ ਨੂੰ ਛੱਡ ਕੇ ਨਾ, ਫਿਰ ਬਸ ਇੱਕੋ ਹੀ ਚੀਜ਼ ਦੇ ਵਿੱਚ ਧਿਆਨ ਜੋੜ ਲੈਂਦਾ ਵੀ ਹੁਣ ਵਾਹਿਗੁਰੂ ਨੂੰ ਕਿੱਦਾਂ ਪ੍ਰਾਪਤ ਕਰਨਾ ਹੈ। ਸਾਧ ਕੀ ਮਹਿਮਾ ਭਰਨਾ ਕੌਣ ਪ੍ਰਾਨੀ। ਸਾਧੂਆਂ ਦੀ ਮਹਿਮਾ ਨੂੰ ਦੱਸੋ, ਕੌਣ ਪ੍ਰਾਣੀ ਦੁਨੀਆ ਦੇ ਉੱਤੇ, ਕਿਹੜਾ ਐਸਾ ਪ੍ਰਾਣੀ ਹੈ ਜਿਹੜਾ ਸਾਧੂਆਂ ਦੀ ਮਹਿਮਾ ਨੂੰ ਵਰਣਨ ਕਰਦਾ। ਸਾਧ ਕੀ ਮਹਿਮਾ ਭਰਨਾ ਕੌਣ ਪ੍ਰਾਨੀ। ਦੱਸੋ ਕੌਣ ਪ੍ਰਾਣੀ ਹੈ ਐਸਾ ਦੁਨੀਆ ਦੇ ਉੱਤੇ ਜਿਹੜਾ ਕਿਸੇ ਵੀ ਸਾਧੂ ਦੀ ਮਹਿਮਾ ਨੂੰ ਕਥਨ ਕਰ ਸਕੇ। ਤਾਂ ਹੀ ਕਹਿੰਦੇ ਵੀ ਸਾਧੂ ਦੀ ਮਹਿਮਾ ਉਹ ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੇ। ਉਹਨਾਂ ਦੀ ਮਹਿਮਾ ਨਹੀਂ ਕੋਈ ਕਹਿ ਸਕਦਾ। ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੇ। ਜਿਹੜੇ ਸਾਧੂ ਹੁੰਦੇ ਨਾ ਰੱਬ ਦੇ ਪਿਆਰੇ, ਉਹਨਾਂ ਦੀ ਸੋਭਾ ਰੱਬ ਵਿੱਚ ਮਿਲੀ ਹੁੰਦੀ ਹੈ। ਮਤਲਬ ਉਹਨਾਂ ਦੀ ਸੋਭਾ ਪਰਮਾਤਮਾ ਵਰਗੀ ਹੁੰਦੀ ਹੈ। ਜਿਵੇਂ ਕੋਈ ਪਰਮਾਤਮਾ ਦੀ ਸੋਭਾ ਕਰਦਾ ਨਾ, ਉਦਾਂ ਹੀ ਸਾਧੂਆਂ ਦੀ ਸੋਭਾ ਹੁੰਦੀ ਹੈ। ਔਰ ਉਹਨਾਂ ਦੀ ਸੋਭਾ ਰੱਬ ਦੀ ਸੋਭਾ ਵਰਗੀ ਹੁੰਦੀ ਹੈ, ਉਹਦੇ ਬਰਾਬਰ ਹੀ ਹੁੰਦੀ ਹੈ। ਅੱਗੇ ਮਹਾਰਾਜ ਬਚਨ ਕਰਦੇ ਹਨ, ਸਾਧ ਕੈ ਸੰਗ ਅਗੋਚਰ ਮਿਲੇ। ਉਹ ਜਿਹੜਾ ਅਗੋਚਰ ਹੈ ਨਾ, ਇੰਦਰੀਆਂ ਤੋਂ ਅਵਿਸ਼ੇ ਹੈ, ਪਰੇ ਹੈ ਵਾਹਿਗੁਰੂ। ਉਹ ਵਾਹਿਗੁਰੂ ਜੋ ਅਗੋਚਰ ਮਤਲਬ ਹੁੰਦਾ ਇੰਦਰੀਆਂ ਤੋਂ ਪਰੇ ਹੈ। ਮਤਲਬ ਜਿਹੜਾ ਅੱਖਾਂ ਦੇ ਨਾਲ ਨਹੀਂ ਦਿਸਦਾ, ਕੰਨਾਂ ਨਾਲ ਸੁਣਿਆ ਨਹੀਂ ਜਾ ਸਕਦਾ, ਜਿਹਦਾ ਰੂਪ ਰੰਗ ਰੇਖ ਕੁਝ ਵੀ ਹੈ ਨੀਗਾ। ਸਾਧੂ ਦੀ ਸੰਗਤ ਕਰਨ ਦੇ ਨਾਲ ਉਹ ਵਾਹਿਗੁਰੂ ਮਿਲ ਪੈਂਦਾ ਬੰਦੇ ਨੂੰ। ਸਾਧ ਕੈ ਸੰਗ ਸਦਾ ਪ੍ਰਫੁੱਲੈ। ਸਾਧੂ ਦੀ ਸੰਗਤ ਕਰਨ ਦੇ ਨਾਲ ਬੰਦਾ ਹਿਰਦੇ ਕਰਕੇ ਸਦਾ ਪ੍ਰਫੁੱਲਤ ਹੋ ਜਾਂਦਾ। ਮਤਲਬ ਹਿਰਦੇ ਕਰਕੇ ਖਿੜ ਜਾਂਦਾ, ਅੰਦਰੋਂ ਖਿੜ ਜਾਂਦਾ ਬੰਦਾ, ਅੰਦਰ ਸ਼ੁਭ ਗੁਣ ਪੈਦਾ ਹੋ ਜਾਂਦੇ ਆ। ਸਾਧ ਕੈ ਸੰਗ ਆਵਹਿ ਬਸ ਪੰਚਾ। ਜਦੋਂ ਬੰਦਾ ਸਾਧੂ ਦੀ ਸੰਗਤ ਕਰਦਾ ਹੈ, ਸਾਧ ਸੰਗਤ ਦੇ ਕਰਨ ਦੇ ਨਾਲ ਆ ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਨਾ, ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਆਪਣੇ ਵੱਸ 'ਚ ਕੀਤਾ ਹੋਇਆ, ਸਾਧੂ ਦੀ ਸੰਗਤ ਕਰਨ ਨਾਲ ਇਹ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਵੱਸ 'ਚ ਆ ਜਾਂਦੇ ਆ। ਦੇਖ ਲਓ, ਬੰਦਾ ਇਹਨਾਂ ਵਕਾਰਾਂ ਤੇ ਕਾਬੂ ਪਾ ਲੈਂਦਾ ਸਾਧ ਸੰਗਤ ਕਰਨ ਦੇ ਨਾਲ। ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧੂ ਦੀ ਸੰਗਤ ਕਰਨ ਦੇ ਨਾਲ ਹੀ ਵਾਹਿਗੁਰੂ ਦੇ ਨਾਮ ਦਾ ਜਿਹੜਾ ਅੰਮ੍ਰਿਤ ਰਸ ਹੈ ਨਾ, ਉਹ ਛਕ ਲਈਦਾ। ਮਤਲਬ ਸਾਧੂ ਦੀ ਸੰਗਤ ਕਰਨ ਦੇ ਨਾਲ ਵਾਹਿਗੁਰੂ ਦਾ ਨਾਮ ਚਖਿਆ ਜਾਂਦਾ, ਉਹਦਾ ਰਸ ਚਖ ਲੈਂਦਾ ਬੰਦਾ। ਜਿਵੇਂ ਆਪਾਂ ਕੋਈ ਪ੍ਰਸ਼ਾਦਾ ਚਖਦੇ ਆ, ਜਿਵੇਂ ਹੋਰ ਕਿਸੇ ਚੀਜ਼ ਨੂੰ ਚਖਦੇ ਆ ਨਾ ਆਪਾਂ, ਕਿੰਨਾ ਰਸ ਆਉਂਦਾ ਜਦੋਂ ਸੁੰਦਰ ਕੋਈ ਪਕਵਾਨ ਛਕਦੇ ਆ, ਇਦਾਂ ਹੀ ਵਾਹਿਗੁਰੂ ਦੇ ਨਾਮ ਦਾ ਰਸ ਚਖ ਲੈਂਦਾ ਸਾਧੂ ਦੀ ਸੰਗਤ ਕਰਨ ਦੇ ਨਾਲ। ਅਸਲ ਦੇ ਵਿੱਚ ਹਜੇ ਤੱਕ ਅਸੀਂ ਨਾਮ ਦੇ ਰਸ ਨੂੰ ਨਹੀਂ ਚਖਿਆ ਕਦੇ, ਪਰ ਜੇ ਕਿਸੇ ਨੇ ਚਖਣਾ, ਸਾਧ ਸੰਗਤ ਕਰਨੀ ਸ਼ੁਰੂ ਕਰ ਦਿਓ। ਸਾਧ ਸੰਗ ਹੋਏ ਸਭ ਕੀ ਰੇਨ। ਸਾਧੂ ਦੀ ਸੰਗਤ ਕਰਨ ਦੇ ਨਾਲ ਬੰਦੇ ਦੇ ਅੰਦਰ ਇੰਨੀ ਨਿਮਰਤਾ ਆ ਜਾਂਦੀ ਕਿ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ। ਰੇਨ ਦਾ ਮਤਲਬ ਹੁੰਦਾ ਧੂੜ, ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਸਾਧ ਸੰਗਤ ਕਰਕੇ।
ਸਾਧ ਕੈ ਸੰਗ ਮਨੋਹਰ ਬੈਨ। ਤੇ ਸਾਧੂ ਦੀ ਸੰਗਤ ਕਰਨ ਦੇ ਨਾਲ ਬੰਦਾ ਐਸੇ ਬੋਲ ਬੋਲਦਾ ਜਿਹੜੇ ਸਾਰਿਆਂ ਦੇ ਮਨਾਂ ਨੂੰ ਮੋਹ ਲੈਂਦਾ। ਮਤਲਬ ਇੰਨੀ ਮਿਠਾਸ ਆ ਜਾਂਦੀ ਹੈ ਰਸਨਾ 'ਚ ਸਾਧੂ ਦੀ ਸੰਗਤ ਕਰਨ ਦੇ ਨਾਲ। ਬੋਲ ਹੈ ਜਿਹੜੇ ਬੰਦੇ ਦੇ ਮਨੋਹਰ, ਮਨ ਨੂੰ ਹਰ ਲੈਣ ਵਾਲੇ, ਸਾਰਿਆਂ ਦੇ ਮਨ ਨੂੰ ਚੁਰਾ ਲੈਣ ਵਾਲੇ ਬੋਲ ਬਣ ਜਾਂਦੇ ਆ ਬੰਦੇ ਦੇ। ਦੇਖੋ, ਸਾਧ ਕੈ ਸੰਗ ਨਾ ਕਤਹੂ ਧਾਵੈ। ਸਾਧੂ ਦੀ ਸੰਗਤ ਕਰਨ ਦੇ ਨਾਲ ਮਨ ਕਿਸੇ ਪਾਸੇ ਦੌੜਦਾ ਨਹੀਂ। ਸਾਧ ਸੰਗ ਅਸਥਿਤ ਮਨ ਪਾਵੈ। ਸਾਧੂ ਦੀ ਸੰਗਤ ਕਰਨ ਦੇ ਨਾਲ ਮਨ ਸਥਿਤੀ ਪਾ ਲੈਂਦਾ। ਮਤਲਬ ਮਨ ਹਿਰਦੇ ਵਿੱਚ ਟਿਕ ਜਾਂਦਾ, ਹਿਰਦੇ ਵਿੱਚ ਟਿਕਾ ਪ੍ਰਾਪਤ ਕਰ ਲੈਂਦਾ। ਸਾਧ ਸੰਗਤ ਕਰਨ ਦੇ ਨਾਲ ਮਨ ਦੌੜ ਨੂੰ ਹਟ ਜਾਂਦਾ, ਰੁਕ ਜਾਂਦਾ ਮਨ, ਜਿਹੜਾ ਕਿਸੇ ਸਾਧਨ ਕਰਕੇ ਵੀ ਵਸ ਨਹੀਂ ਆਉਂਦਾ। ਸਾਧ ਕੈ ਸੰਗ ਮਾਇਆ ਤੇ ਭਿੰਨ। ਸਾਧੂ ਦੀ ਸੰਗਤ ਕਰਨ ਦੇ ਨਾਲ ਬੰਦਾ ਮਾਇਆ ਚੋਂ ਨਿਰਲੇਪ ਹੋ ਜਾਂਦਾ, ਵੱਖਰਾ ਹੋ ਜਾਂਦਾ ਹੈ। ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਪ੍ਰਭੂ ਇਹਦੇ ਤੇ ਪ੍ਰਸੰਨ ਹੋ ਜਾਂਦਾ ਭਲੀ ਭਾਂਤ। ਇਹ ਵਿਚਾਰ ਆਪਨੇ ਸਰਵਣ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।